ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿੰਨਾਂ ਦੇ ਵਰਸਾਏ ਹੋਏ ਇਹ ਨਗਰ, ਜਿਸ ਦਾ ਨਾਮ ਗੁਰੂਦੇਵ ਨੇ ਇਸ ਨਗਰ ਨੂੰ ਵਸਾਉਣ ਸਮੇਂ ਆਪਣੀ ਪੂਜ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ 'ਤੇ ਰੱਖਿਆ ਸੀ, ਚੱਕ ਮਾਤਾ ਨਾਨਕੀ। ਅਤੇ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵਚਨ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਅਤੇ ਨਾਲ ਹੀ ਅਗਲਾ ਬਚਨ ਜਿਹੜਾ ਧੰਨ ਗੁਰੂ ਰਾਮਦਾਸ ਸਾਹਿਬ ਕਰਦੇ ਨੇ, ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਚੱਕ ਮਾਤਾ ਨਾਨਕੀ ਜਿੱਥੇ ਅੱਜ ਤੁਸੀਂ ਬੈਠੇ ਹੋ, ਇਹ 3 ਪਿੰਡ ਖਰੀਦੇ ਸੀਗੇ ਮਹਾਰਾਜ ਨੇ। ਇਹ ਜਿੱਥੇ ਬੈਠੇ ਹੋ ਇਹ ਪਿੰਡ ਸਹੋਤਾ ਹੈ, ਇਹਦੇ ਨਾਲ ਪਿੰਡ ਮੀਆਂਪੁਰ ਹੈ ਅਤੇ ਇੱਧਰ ਮਟੌਰ। ਇਹ 3 ਪਿੰਡ ਬਿਲਾਸਪੁਰ ਦੀ ਰਾਣੀ ਪਾਸੋਂ ਉਹਦੇ ਬੇਨਤੀ ਕਰਨ 'ਤੇ ਕਿ ਸੱਚੇ ਪਾਤਸ਼ਾਹ ਤੁਸੀਂ ਇੱਥੇ ਹੀ ਵਸ ਜਾਓ, ਤਾਂ ਮਹਾਰਾਜ ਨੇ ਉਹਦੀ ਇੱਛਾ ਦੀ ਪੂਰਤੀ ਵਾਸਤੇ ਆਪਣੀ ਪੂਜ ਮਾਤਾ ਨਾਨਕੀ ਜੀ, ਜਿਹੜੇ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀਆਂ ਅੰਤਮ ਰਸਮਾਂ 'ਤੇ ਬਿਲਾਸਪੁਰ ਗਏ ਹੋਏ ਸੀ, ਜਿੱਥੇ ਰਾਣੀ ਚੰਪਾ ਨੇ ਇਹ ਇੱਛਾ ਪ੍ਰਗਟ ਕੀਤੀ, ਮੈਂ ਚਾਹੁੰਦੀ ਹਾਂ ਤੁਸੀਂ ਮੇਰੇ ਜਿੰਨੇ ਸਵਾਸ ਬਾਕੀ ਬਚੇ ਨੇ ਮੈਨੂੰ ਦਰਸ਼ਨ ਦੇ ਕੇ ਮੈਨੂੰ ਆਪਣੇ ਮੁਖਾਰਬਿੰਦ ਤੋਂ ਬਚਨ ਸੁਣਾ ਕੇ ਨਿਹਾਲ ਕਰਦੇ ਰਹੋ, ਅਤੇ ਜਿੱਥੇ ਵੀ ਤੁਸੀਂ ਰਹਿਣਾ ਚਾਹੋ ਉਹ ਧਰਤੀ ਤੁਸੀਂ ਗ੍ਰਹਿਣ ਕਰ ਲਓ। ਪਰ ਮਹਾਰਾਜ ਕਹਿੰਦੇ ਨਹੀਂ, ਅਸੀਂ ਮੁੱਲ ਖਰੀਦਾਂਗੇ। ਤਾਂ ਅੱਜ ਵੀ ਸਰਕਾਰੀ ਕਾਗਜ਼ਾਂ ਦੇ ਵਿੱਚ ਗਜ਼ਟੀਅਰ ਦੇ ਵਿੱਚ ਇਹ ਵਾਰਤਾ ਪਈ ਹੈ ਕਿ 500 ਮੋਹਰਾਂ ਦੇ ਕੇ ਗੁਰੂਦੇਵ ਨੇ 3 ਪਿੰਡ ਖਰੀਦੇ ਸੀਗੇ। ਅਤੇ ਫਿਰ ਇਹ ਬਚਨ ਸੱਚ ਹੋਇਆ ਬਾਣੀ ਦਾ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇਹ ਪਿੰਡ ਸਹੋਤਾ, ਇਸ ਦੇ ਵਿੱਚ ਇੱਕ ਥੇ ਹੁੰਦਾ ਸੀਗਾ ਮਾਖੇਵਾਲ। ਐਸੀ ਵਾਰਤਾ ਹੈ, ਮੈਂ ਇਹ ਗੱਲ ਤੁਹਾਨੂੰ ਇਸ ਕਰਕੇ ਸੁਣਾ ਰਿਹਾ ਸਾਰੀ, ਕਿ ਅੱਜ ਤੁਸੀਂ ਇੱਥੇ ਸਾਰੇ ਜਾਣੇ ਇੱਕ ਐਸੀ ਸੁੱਚੀ ਭਾਵਨਾ ਨੂੰ ਲੈ ਕੇ ਮਿਲ ਬੈਠੇ ਹੋ, ਜਿਹੜੀ ਸਾਡੀ ਵਿਰਾਸਤ ਨਾਲ ਜੁੜੀ ਹੋਈ ਗੱਲ ਹੈ, ਸਾਡੀ ਸੰਪਰਦਾ ਨਾਲ। ਸੰਪਦਾ ਜਿਸ ਨੂੰ ਅਸੀਂ ਆਖਦੇ ਹਾਂ, ਜਾਇਦਾਦ ਆਖਦੇ ਹਾਂ, ਉਸ ਜਾਇਦਾਦ ਦਾ, ਉਸ ਸੰਪਦਾ ਦਾ, ਆਪਣੇ ਪਿਓ ਦਾਦੇ ਦੇ ਖਜ਼ਾਨੇ ਦਾ, ਆਪਣੇ ਇਤਿਹਾਸ ਦਾ, ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਗੁਰੂਆਂ ਗੁਰਸੇਵਕਾਂ ਗੁਰਸਿੱਖਾਂ ਦੀ ਕਮਾਈ ਦਾ ਉਹ ਖਜ਼ਾਨਾ, ਉਸ ਦਾ ਅਹਿਸਾਸ, ਉਹਦਾ ਚੇਤਾ, ਉਹਦੀ ਚੇਤਨਾ ਆਪਣੇ ਅੰਦਰ ਗ੍ਰਹਿਣ ਕਰਨ ਵਾਸਤੇ ਇੱਥੇ ਬੈਠੇ ਹੋ। ਅਤੇ ਇਸ ਧਰਤੀ 'ਤੇ ਜਿੱਥੇ ਮੈਂ ਅੱਜ ਤੁਹਾਨੂੰ ਇਸ ਪਾਵਨ ਤਖਤ ਦੇ, ਜਿੱਥੇ ਮਹਾਰਾਜ ਨੇ 13 ਸਾਲ ਆਪਣੇ ਦਰ ਘਰ ਦੀ ਸੇਵਾ, ਉਪਰੰਤ ਅਕਾਲ ਤਖਤ ਸਾਹਿਬ ਦੀ ਸੇਵਾ ਜੋੜੀ ਪਾਈ, ਇਸ ਧਰਤੀ 'ਤੇ ਤੁਹਾਨੂੰ ਆਇਆਂ ਨੂੰ ਜੀਓ ਆਇਆਂ ਆਖਦਾ। ਅਤੇ ਇਸ ਧਰਤੀ ਨਾਲ ਤੁਹਾਡੇ ਗੁਰੂ ਦੇ ਸਿੱਖ ਹੋਣ ਦੇ ਨਾਤੇ, ਗੁਰਸਿੱਖ ਪਰਿਵਾਰਾਂ ਵਿੱਚੋਂ ਆਏ ਹੋਣ ਦੇ ਨਾਤੇ ਤੁਹਾਡੀ ਚੇਤਨਾ ਨੂੰ ਉੱਥੇ ਜੁੜੀ ਦੇਖਣਾ ਚਾਹੁੰਦਾ।
ਜ਼ਿੰਦਗੀ ਦੇ ਵਿੱਚ ਕਿਸ ਕਿਸ ਤਰੀਕੇ ਨਾਲ ਮਨੁੱਖਾਂ ਅੰਦਰ ਕੌਤਕ ਵਾਪਰਦੇ ਨੇ। ਇੱਥੇ ਉਹ ਜਿਹੜਾ ਮਾਖੇਵਾਲ ਇਸ ਥੇ ਦਾ ਨਾਂ ਸੀ, ਉਹ ਇਸ ਤਰ੍ਹਾਂ ਦੱਸਦੇ ਆ ਕਿ ਇੱਕ ਮੈਖਾ ਚੌਧਰੀ ਸੀ ਇੱਥੇ, ਉਹਦਾ ਨਾਂ ਜਿਹੜਾ ਇੱਥੋਂ ਦਾ ਚੌਧਰੀ ਸੀ, ਮੁਖੀ ਸੀ, ਉਹਦਾ ਨਾਂ ਸੀ ਮੈਖਾ। ਅਤੇ ਉਹਨੂੰ ਮੈਖਾ ਦੈਂਤ ਕਰਕੇ ਬੁਲਾਉਂਦੇ ਸੀ ਸਾਰੇ। ਕਾਰਨ ਕੀ ਸੀ? ਉਸ ਨੂੰ ਇਸ ਇਲਾਕੇ ਦਾ ਚੌਧਰੀ ਹੋਣ ਦਾ ਮੌਕਾ ਮਿਲਿਆ, ਔਰ ਉਸ ਮੌਕੇ ਨੇ ਉਸ ਦੇ ਅੰਦਰ ਹਉਮੈ, ਹੰਕਾਰ ਪੈਦਾ ਕੀਤਾ, ਅਤੇ ਉਹ ਆਪਣੇ ਇਸ ਨਗਰਾਂ ਦੇ ਵਾਸੀਆਂ ਦੇ ਨਾਲ ਜਿਹੜਾ ਉਹਦਾ ਵਰਤੋਂ ਵਿਹਾਰ ਸੀ, ਉਹ ਇੰਨਾ ਰੁੱਖਾ, ਇੰਨਾ ਹੰਕਾਰ ਭਰਿਆ, ਇੰਨਾ ਖੁਦਗਰਜ਼ੀ ਵਾਲਾ ਸੀ ਕਿ ਲੋਕੀ ਉਸ ਨੂੰ ਚੌਧਰੀ ਕਰਕੇ ਨਹੀਂ ਸੀ ਜਾਣਦੇ, ਦੈਂਤ ਕਰਕੇ ਉਹਨੂੰ ਕਹਿੰਦੇ ਸੀ, ਇਹ ਮੈਖਾ ਦੈਂਤ ਹੈ ਇਹ। ਕਿਉਂਕਿ ਰਾਖਸ਼ ਬਿਰਤੀ ਵਾਲੀਆਂ ਉਸ ਦੀਆਂ ਸਾਰੀਆਂ ਸਰਗਰਮੀਆਂ, ਉਹਦੇ ਕਰਮ, ਉਹਦਾ ਵਰਤੋਂ ਵਿਹਾਰ, ਉਹ ਰਾਖਸ਼ ਬੁੱਧੀ ਵਾਲਾ ਸੀ, ਅਤੇ ਉਹਨੂੰ ਮੈਖਾ ਦੈਂਤ ਕਰਕੇ ਬੁਲਾਉਂਦੇ ਸੀ, ਭੈ ਖਾਂਦੇ ਸੀ ਉਹਦੇ ਕੋਲ। ਲੇਕਿਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆ ਕੇ ਇਸ ਨਗਰ ਨੂੰ ਵਸਾਉਂਦੇ ਆ, ਚੱਕ ਮਾਤਾ ਨਾਨਕੀ ਰੱਖਦੇ ਆ ਨਾਮ, ਤਾਂ ਉਹ ਜਿਹੜਾ ਬਚਨ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਅਤੇ ਅਗਲਾ ਬਚਨ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਮੈਖੇਵਾਲ ਦੀ ਉਸ ਦੈਂਤ ਬਿਰਤੀਆਂ ਵਾਲੇ ਮੁਖੀਏ ਦੀ ਸਤਾਈ ਹੋਈ ਜਨਤਾ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਥੇ ਵਾਸਾ ਹੋਇਆ, ਸਭ ਕੁਛ ਬਦਲ ਗਿਆ। ਉਹ ਹੀ ਦੁਖੀ ਹੋਏ ਹੋਏ, ਉਦਾਸ, ਡਰੇ ਸਹਿਮੇ ਜਿਉਣ ਵਾਲੇ ਮਨੁੱਖ ਇੱਥੋਂ ਦੇ, ਉਹ ਹਰਿਆਵਲੇ ਭਾਵ ਖੇੜੇ ਨਾਲ, ਖੁਸ਼ੀ ਨਾਲ, ਸੰਤੁਸ਼ਟੀ ਨਾਲ, ਮਾਣ ਤਾਣ ਨਾਲ ਜਿਉਣ ਦੇ ਯੋਗ ਹੋ ਗਏ। ਇਹੋ ਹੀ ਗੁਰੂ ਦੀ ਕਰਾਮਾਤ ਹੈ, ਇਹੋ ਹੀ ਗੁਰੂ ਦਾ ਪਰਉਪਕਾਰ ਹੈ, ਇਹੋ ਹੀ ਗੁਰੂ ਦਾ ਵਾਹਿਗੁਰੂ ਜੀ ਵੱਲੋਂ ਇੱਥੇ ਸੰਸਾਰ ਵਿੱਚ ਭੇਜੇ ਜਾਣ ਦਾ ਮਕਸਦ ਹੁੰਦਾ। ਜਨਮ ਮਰਨ ਦੋਹੂੰ ਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਗੁਰੂ ਜਨਮ ਮਰਨ ਦੇ ਗੇੜ 'ਚ ਨਹੀਂ ਹੁੰਦਾ, ਉਹ ਤਾਂ ਸਦੀਵੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਾਡੇ ਮਨੁੱਖਾਂ ਵਾਂਗ ਜਨਮ ਮਰਨ ਦੇ ਗੇੜ ਵਿੱਚ ਸਤਿਗੁਰੂ ਨਹੀਂ ਹੁੰਦੇ, ਬ੍ਰਹਮ ਗਿਆਨੀ ਨਹੀਂ ਹੁੰਦੇ। ਜਿਹੜਾ ਮਕਸਦ ਸਾਨੂੰ ਮਨੁੱਖ ਦੇ ਤੌਰ 'ਤੇ ਇੱਥੇ ਦਿੱਤਾ ਜਾਂਦਾ, ਇਹ ਮਨੁੱਖਾ ਜੀਵਨ ਦੇ ਕੇ ਸਾਨੂੰ, ਉਸ ਮਕਸਦ ਦੀ ਪੂਰਤੀ ਉਹਨਾਂ ਨੇ ਪਹਿਲਾਂ ਹੀ ਕਰ ਲਈ ਹੁੰਦੀ ਹੈ। ਸਾਨੂੰ ਉਸ ਮਕਸਦ ਦੀ ਪੂਰਤੀ ਦੇ ਲਈ ਆਪਣੇ ਅਨੁਭਵ ਦੇ ਵਿੱਚੋਂ ਉਹਨਾਂ ਨੇ ਉਪਦੇਸ਼ ਦੇ ਕੇ ਸਾਡੇ ਜੀਵਨ ਨੂੰ ਵਾਹਿਗੁਰੂ ਜੀ ਦੀ ਜੋਤ ਦਾ, ਜੋਤ ਸਰੂਪ ਹੋਣ ਦਾ ਅਹਿਸਾਸ ਕਰਵਾ ਕੇ ਆਪਣੇ ਵਰਗਾ ਬਣਾਉਣਾ ਹੁੰਦਾ ਹੈ। ਉਸੇ ਆਨੰਦ ਦਾ ਭਾਗੀ ਬਣਾਉਣਾ ਹੁੰਦਾ ਹੈ, ਜਿਹੜਾ ਆਨੰਦ ਉਹਨਾਂ ਨੂੰ ਆਨੰਦ ਦੇ ਸੋਮੇ ਵਾਹਿਗੁਰੂ ਜੀ ਨਾਲ ਮਿਲ ਕੇ ਪ੍ਰਾਪਤ ਹੋ ਚੁੱਕਿਆ। ਅਤੇ ਸਾਨੂੰ ਇਸ ਸੰਸਾਰ ਵਿੱਚ ਚਿੰਤਾਤੁਰ ਹੋਇਆਂ ਨੂੰ, ਦੁਖੀ ਹੋਇਆਂ ਨੂੰ, ਡਰੇ ਸਹਿਮੇ ਜੀਵਨ ਜਿਉਣ ਵਾਲਿਆਂ ਨੂੰ, ਫਿਕਰਾਂ ਵਿੱਚ ਜੀਵਨ ਜਿਉਣ ਵਾਲਿਆਂ ਨੂੰ ਆਨੰਦ ਦਾ ਭੇਦ ਸਮਝਾ ਕੇ ਆਨੰਦ ਦਾ ਅਧਿਕਾਰੀ ਕਿਵੇਂ ਬਣਨਾ ਹੈ, ਇਸ ਮਕਸਦ ਨੂੰ ਲੈ ਕੇ ਉਹ ਆਉਂਦੇ। ਇਹ ਹੈ ਬਚਨ ਜਿਹੜਾ ਸਾਹਿਬ ਕਹਿੰਦੇ, ਜਨਮ ਮਰਨ ਦੋਹੂੰ ਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਉਹਨਾਂ ਦਾ ਆਗਮਨ ਹੁੰਦਾ ਹੈ, ਜਨਮ ਨਹੀਂ ਹੁੰਦਾ। ਅਤੇ ਮਕਸਦ ਕੀ ਹੁੰਦਾ ਆਉਣ ਦਾ? ਜੀ ਦਾਨ ਦੇ ਭਗਤੀ ਲਾਇਨ, ਹਰਸਿਉ ਲੈਨ ਮਿਲਾਏ। ਸਾਨੂੰ, ਸਾਡੇ 'ਤੇ ਉਪਕਾਰ ਕੀ ਕਰਦੇ ਹੈ? ਜੀਵਨ ਦਾ ਦਾਨ ਦਿੰਦੇ ਹੈ।
ਜਿਉਣਾ ਸਿਖਾਉਂਦੇ ਹੈ। ਅਸੀਂ ਮਨੁੱਖ ਕਹਾਉਣ ਵਾਲੇ ਆਪਣੇ ਆਪ ਨੂੰ ਜਿਉਂਦੇ ਤੇ ਕਹਾਉਂਦੇ ਹਾਂ, ਕਿਉਂਕਿ ਤੁਰਦੇ ਫਿਰਦੇ ਹਾਂ, ਹੱਸਦੇ ਖੇਡਦੇ ਹਾਂ, ਖਾਂਦੇ ਪੀਂਦੇ ਹਾਂ, ਗਤੀ ਦੇ ਵਿੱਚ ਹਾਂ। ਪਰ ਜਿਸ ਦੇ ਆਧਾਰ 'ਤੇ ਸਾਡੀ ਮਨੁੱਖਾਂ ਦੀ ਮਨੁੱਖ ਰੂਪ ਵਿੱਚ ਪਛਾਣ ਹੁੰਦੀ ਹੈ, ਉਹ ਹੈ ਆਪਣੇ ਜੋਤ ਸਰੂਪ ਹੋਣ ਦਾ ਅਨੁਭਵ ਕਰਦੇ ਹਾਂ। ਉਸ ਆਨੰਦ ਦੇ ਸੋਮੇ ਨਾਲ ਲਿਵਲੀਨ ਹੋ ਕੇ ਆਨੰਦਮਈ ਜੀਵਨ ਜਿਉਣਾ, ਅਤੇ ਉਹ ਹੀ ਸਾਡੇ ਕੋਲ ਹੈ ਨਹੀਂ। ਆਨੰਦ ਹੀ ਨਹੀਂ ਹੈ ਸਾਡੇ ਕੋਲ, ਦੁਨੀਆ ਦੇ ਵਿੱਚ ਹੋਰ ਬਹੁਤ ਕੁਛ ਹੈ। ਅਤੇ ਇਹ ਜਦੋਂ ਚੱਕ ਮਾਤਾ ਨਾਨਕੀ ਵਸਾਇਆ ਸੀ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹੀ ਕੌਤਕ ਕੀਤਾ ਕਿ ਇੱਥੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ, ਆਪਣੀ ਸੰਗਤ ਵਿੱਚ ਆਉਣ ਵਾਲਿਆਂ ਨੂੰ ਚਿੰਤਾ ਫਿਕਰਾਂ ਤੋਂ, ਡਰ ਸਹਿਮ ਤੋਂ ਮੁਕਤ ਕਰਵਾ ਕੇ ਆਨੰਦ ਦੇ ਵਿੱਚ ਕਿਵੇਂ ਜਿਉਣਾ ਹੈ, ਸ਼ਿਕਵਿਆਂ ਤੋਂ ਨਿਕਲ ਕੇ ਸ਼ੁਕਰਾਨੇ ਵਿੱਚ ਕਿਵੇਂ ਜਿਉਣਾ, ਇਹਦੀ ਜਾਚ ਸਿਖਾਈ। ਇਸ ਕਰਕੇ ਕਲਗੀਧਰ ਪਾਤਸ਼ਾਹ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਗੋਬਿੰਦ ਰਾਏ ਦੇ ਰੂਪ ਵਿੱਚ 6 ਸਾਲ ਦੀ ਉਮਰ ਵਿੱਚ ਇੱਥੇ ਆਏ, ਉਹਨਾਂ ਨੇ ਦੇਖਿਆ ਇੱਥੇ ਤੇ ਸਾਰਾ ਕੁਛ ਹੀ ਆਨੰਦ ਹੈ। ਸਾਡੇ ਗੁਰਦੇਵ ਪਿਤਾ ਵੀ ਆਨੰਦ ਵਿੱਚ ਨੇ, ਅਤੇ ਉਹਨਾਂ ਦੇ ਆਲੇ ਦੁਆਲੇ ਜੁੜੇ ਹੋਏ ਉਹਨਾਂ ਦੇ ਸਿੱਖ ਸੇਵਕ ਕਹਾਉਣ ਵਾਲੇ ਵੀ ਆਨੰਦ ਵਿੱਚ ਨੇ। ਤਾਂ ਕਲਗੀਧਰ ਪਾਤਸ਼ਾਹ ਨੇ ਕਿਸੇ ਅਗੰਮੀ ਕੌਤਕ ਵਿੱਚ ਇਸ ਚੱਕ ਮਾਤਾ ਨਾਨਕੀ ਦਾ ਨਾਮ ਬਦਲ ਕੇ ਆਨੰਦਪੁਰ ਰੱਖਤਾ, ਜਿੱਥੇ ਆਨੰਦ ਦਾ ਛਾਂਦੇ ਵੰਡਣ ਵਾਲੇ, ਆਨੰਦ ਦੇ ਵਾਲੀ ਗੁਰੂ ਤੇਗ ਬਹਾਦਰ ਵਸਦੇ। ਇੱਥੇ ਆਨੰਦ ਵੰਡਿਆ ਜਾਂਦਾ ਹੈ, ਆਨੰਦ ਲਿਆ ਜਾਂਦਾ ਹੈ, ਆਨੰਦ ਮਾਣਿਆ ਜਾਂਦਾ ਹੈ। ਅੱਜ ਜਿਸ ਧਰਤੀ 'ਤੇ ਤੁਸੀਂ ਆ ਕੇ ਬੈਠੇ ਹੋ, ਇਸ ਧਰਤੀ ਦਾ ਇਹੋ ਹੀ ਮਕਸਦ ਹੈ। ਔਰ ਜਿੱਥੇ ਤੁਸੀਂ ਬੈਠੇ, ਅੱਜ ਤੋਂ 25 ਸਾਲ ਪਹਿਲਾਂ ਇਹ ਸਾਰੇ ਟੋਏ ਟਿੱਬੇ ਉਜਾੜ ਸੀਗਾ, ਲੇਕਿਨ ਇਹਦੇ ਲਾਗੋਂ ਨਾਲ ਰਸਤਾ ਜਾਂਦਾ ਕਿਲ੍ਹਾ ਤਾਰਾਗੜ੍ਹ ਨੂੰ। ਸਰਕਾਰੀ ਕਾਗਜ਼ਾਂ ਵਿੱਚ ਉਹ ਰਸਤਾ ਅਜੇ ਵੀ ਹੈ। ਬੇਸ਼ੱਕ ਆ ਦਸ਼ਮੇਸ਼ ਅਕੈਡਮੀ ਰੋਡ ਬਣ ਗਈ ਜਿੱਥੋਂ ਤੁਸੀਂ ਆਏ ਸਾਰੇ, ਪਰ ਇਤਿਹਾਸ ਦੇ ਪੰਨਿਆਂ 'ਤੇ ਇਹ ਰਸਤਾ ਅਜੇ ਵੀ, ਅਤੇ ਇਤਿਹਾਸ ਇਹ ਹੈ ਕਿ ਗੁਰੂ ਕੇ ਮਹਿਲਾਂ ਤੋਂ, ਜਿੱਥੇ ਸੱਚੇ ਪਾਤਸ਼ਾਹ ਹਜ਼ੂਰ ਦਾ ਨਿਵਾਸ ਸੀ ਸਾਰੇ ਪਰਿਵਾਰ ਦਾ, 42 ਸਾਲ ਦੀ ਸੱਚੇ ਪਾਤਸ਼ਾਹ ਹਜ਼ੂਰ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਸੰਸਾਰਕ ਯਾਤਰਾ ਹੈ। ਅਤੇ 42 ਸਾਲ ਵਿੱਚੋਂ ਜ਼ਿੰਦਗੀ ਦੇ ਤਕਰੀਬਨ 29 ਸਾਲ ਮਹਾਰਾਜ ਨੇ ਅਨੰਦਪੁਰੀ ਵਿੱਚ ਗੁਜ਼ਾਰੇ ਹੈ। ਅਤੇ ਇਤਿਹਾਸ ਸਾਨੂੰ ਦੱਸਦਾ ਹੈ ਕਿ ਉਹ 5 ਕਿਲ੍ਹੇ ਜਿਹੜੇ ਗੁਰੂਦੇਵ ਨੇ ਬਣਾਏ ਸੀ, ਉਹਨਾਂ ਵਿੱਚੋਂ ਇੱਕ ਕਿਲ੍ਹਾ ਤਾਰਾਗੜ੍ਹ ਹੈ। ਜੇ ਤੁਹਾਡੇ 'ਚੋਂ ਦਰਸ਼ਨ ਕਰ ਲਏ ਸਾਰਿਆਂ ਨੇ, ਸ਼ਾਇਦ ਬਹੁਤਿਆਂ ਨੇ ਨਹੀਂ ਅਜੇ ਕੀਤੇ ਹੋਣਗੇ, ਕਰਵਾ ਦਿਓ ਉਹਨਾਂ ਨੂੰ। ਉੱਥੇ ਪੂਜ ਭਾਈ ਕਨਈਆ ਸਾਹਿਬ ਜੀ, 500 ਗੁਰਸਿੱਖ ਉਹਨਾਂ ਦੇ ਨਾਲ ਉੱਥੇ ਰਹਿੰਦੇ ਸੀ, ਜਿਹੜੇ ਬੰਦਗੀ ਵਿੱਚ ਜੁੜੇ ਰਹਿੰਦੇ ਸੀ। ਕਲਗੀਧਰ ਪਾਤਸ਼ਾਹ ਰੋਜ਼ ਉਹਨਾਂ ਲਈ ਲੰਗਰ ਲੈ ਕੇ, ਲੰਗਰ ਤਿਆਰ ਕਰਵਾ ਕੇ ਲੈ ਕੇ ਜਾਂਦੇ ਹੁੰਦੇ ਸੀ, ਅਤੇ ਇਸੇ ਰਸਤੇ 'ਚੋਂ ਲੰਘਦੇ ਸੀ। ਉਹਦੇ ਲਾਗੇ ਹੀ ਉਹਨਾਂ ਦੀ ਅੱਜ ਵੀ ਜੇ ਇੱਥੇ ਸੰਭਾਲਿਆ ਗਿਆ ਵਿਰਾਸਤ ਦਾ ਕੋਈ ਹਿੱਸਾ, ਉਹਨਾਂ ਦੀ ਜਿਹੜੀ ਬਾਉਲੀ, ਜਿੱਥੋਂ ਉਹ ਇਤਿਹਾਸ ਪੜ੍ਹਿਆ ਤੁਸੀਂ ਕਿ ਪਾਣੀ ਭਰ ਭਰ ਕੇ ਅਤੇ ਮੈਦਾਨੇ ਜੰਗ ਵਿੱਚ ਪਾਣੀ ਪਿਆਉਂਦੇ ਰਹੇ ਬਗੈਰ ਕਿਸੇ ਵਖਰੇਵੇਂ ਤੋਂ, ਅਤੇ ਉਹ ਮੈਦਾਨੇ ਜੰਗ ਵੀ ਆਹੀ ਹੈ। ਪਹਾੜੀ ਰਾਜੇ ਉੱਧਰੋਂ ਆ ਕੇ ਕਰਦੇ ਸੀ ਇਹ ਹਮਲੇ, ਅਤੇ ਉਹਨਾਂ ਦੇ ਹਮਲਿਆਂ ਨੂੰ ਰੋਕਣ ਵਾਸਤੇ ਹੀ ਅਸਲ ਵਿੱਚ ਉਹ ਕਿਲ੍ਹਾ ਤਾਰਾਗੜ੍ਹ ਬਣਾਇਆ ਗਿਆ ਸੀ। ਉੱਚੇ ਟਿੱਬੇ 'ਤੇ ਹੈ, ਥੱਲੇ ਵੈਲੀ ਹੈ ਸਾਰੀ, ਉਹ ਡੂੰਘੀ ਖੱਡ ਹੈ ਜਿੱਧਰੋਂ ਪਹਾੜੀ ਰਾਜੇ ਆਉਂਦੇ ਸੀ। ਅਤੇ ਇੱਥੇ ਹੀ ਇਹ ਲੜਾਈ ਹੁੰਦੀ ਰਹੀ ਹੈ, ਧਰਮ ਯੁੱਧ ਹੁੰਦਾ ਰਿਹਾ। ਮੈਂ ਇਹ ਗੱਲਾਂ ਸਾਰੀਆਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਕਿੱਥੇ ਕਿੱਥੇ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨ ਪਏ, ਕਿੱਥੇ ਕਿੱਥੇ ਬੈਠ ਕੇ ਇਹਨਾਂ ਧਰਤੀ ਦੇ ਇਸ ਟੁਕੜੇ 'ਤੇ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਆਪਣੇ ਮੁਖਾਰਬਿੰਦ ਤੋਂ ਬਚਨ ਸੁਣਾਉਂਦੇ ਰਹੇ। ਕਿੱਥੇ ਕਿੱਥੇ ਬੈਠ ਕੇ ਕਿਸੇ ਗੁਰਸਿੱਖ ਨੇ ਇੱਥੇ ਭਗਤੀ ਕੀਤੀ, ਇੱਥੇ ਸ਼ਹੀਦੀਆਂ ਹੋਈਆਂ।
ਤੇ ਇਹ ਚੱਪਾ ਚੱਪਾ ਧਰਤੀ ਗੁਰੂ ਪਾਤਸ਼ਾਹ ਦੀ ਤੇ ਗੁਰੂ ਦੇ ਸਿੱਖਾਂ ਸੇਵਕਾਂ ਦੀ ਚਰਨ ਛੋਹ ਨਾਲ ਪਵਿੱਤਰ ਹੋਈ ਹੋਈ ਧਰਤੀ ਹੈ ਜਿੱਥੇ ਅੱਜ ਤੁਸੀਂ ਬੈਠੇ ਹੋ। ਤੇ ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ, ਛੋਟੀ ਹੈ ਹਸਤੀ ਪਰ ਮਹਾਰਾਜ ਦੇ ਮਾਣ ਵਿੱਚ ਕਹਿ ਰਿਹਾ, ਜੇ ਅੱਜ ਵੀ ਕਿਸੇ ਕੋਲ ਸੁਰਤੀ ਬਿਰਤੀ ਹੋਵੇ, ਅੱਜ ਵੀ ਸੁਰਤੀ ਦੀਆਂ ਅੱਖਾਂ ਹੋਣ, ਅੱਜ ਵੀ ਕਿਸੇ ਕੋਲ ਉਹੋ ਜਿਹਾ ਸੁੱਚਾ ਜਿਹਾ ਚਾਓ, ਸੁੱਚੀ ਜਿਹੀ ਜਗਿਆਸਾ ਹੋਵੇ, ਤੇ ਇੱਥੋਂ ਤੂੰ ਹੀ ਦੀਆਂ ਜਿਹੜੀਆਂ ਇੱਥੇ ਹੁਣੇ ਗਾਇਨ ਹੋ ਰਿਹਾ ਸੀ ਨਾ, ਇਹ ਤੂੰ ਹੀ ਦੀਆਂ ਧੁਨੀਆਂ ਅੱਜ ਵੀ ਸੁਣ ਸਕਦਾ ਕੋਈ। ਇਹ ਮੈਂ ਕੋਈ ਐਵੇਂ ਵਧਾ ਚੜਾ ਕੇ ਗੱਲ ਨਹੀਂ ਕਰ ਰਿਹਾ। ਇੱਥੇ 30 ਸਾਲ ਹੋ ਗਏ ਆਪਣੀ ਜ਼ਿੰਦਗੀ ਦੇ ਪਾਤਸ਼ਾਹ ਜੀ ਦੇ ਤਖਤ ਦੀ ਸੇਵਾ ਤੋਂ ਲੈ ਕੇ ਮੇਰੀ ਜ਼ਿੰਦਗੀ ਦੇ ਗੁਜ਼ਰ ਗਏ ਨੇ, ਤੇ ਮੈਂ ਬੜੇ ਕੌਤਕ ਇੱਥੇ ਗੈਰ ਸਿੱਖ ਕਹੇ ਜਾਣ ਵਾਲੇ ਮਨੁੱਖਾਂ ਦੀਆਂ ਜ਼ਿੰਦਗੀਆਂ ਦੇ ਵੀ ਕੌਤਕ ਦੇਖ ਚੁੱਕਿਆ ਹੋਇਆ। ਇੱਥੇ ਬੈਠਦੇ ਨੇ ਆ ਕੇ ਤੁਹਾਡੇ ਵਾਂਗ, ਤੇ ਬੈਠਣ ਤੋਂ ਬਾਅਦ ਇੱਥੇ ਵਿਚਰਨ ਤੋਂ ਬਾਅਦ ਉਹਨਾਂ ਦੀਆਂ ਅੱਖਾਂ 'ਚ ਹੰਝੂ ਮੈਂ ਦੇਖੇ ਨੇ, ਉਹਨਾਂ ਨੂੰ ਕਿਸੇ ਵਿਸਮਾਦੀ ਰੰਗ ਵਿੱਚ ਮੈਂ ਇੱਥੇ ਦੇਖਿਆ। ਤੇ ਇਹ ਬਹੁਤ ਵਾਰੀ ਗੁਰੂ ਨੇ ਕੌਤਕ ਦਿਖਾਏ ਨੇ। ਆ ਨਾਸਤਕ ਮੁਲਕ ਤੋਂ, ਜਿਹਨੂੰ ਅਸੀਂ ਰਸ਼ੀਆ ਆਖਦੇ ਹਾਂ, ਅੱਜ ਤੋਂ ਤਕਰੀਬਨ 7-8 ਸਾਲ ਪਹਿਲਾਂ ਵੱਡਾ ਡੈਲੀਗੇਸ਼ਨ ਆਇਆ ਸੀ। ਸਾਰੇ ਹਾਈ ਜੈਂਟਰੀ, ਕੋਈ ਚਾਰਟਰਡ ਅਕਾਊਂਟੈਂਟ, ਕੋਈ ਇੰਜੀਨੀਅਰ, ਕੋਈ ਆਫਿਸਰ ਵੱਡੇ ਵੱਡੇ। ਮੇਰਾ ਅਜ਼ੀਜ਼ ਇੱਕ ਉੱਥੇ ਰਸ਼ੀਆ ਵਿੱਚ ਹੀ ਸੈਟਲ ਹੋਇਆ ਤੇ ਉੱਥੇ ਹੀ ਉਹਦਾ ਆਨੰਦ ਕਾਰਜ ਹੋ ਗਿਆ। ਇਸੇ ਤਰ੍ਹਾਂ ਦੀਆਂ ਦਸਤਾਰਾਂ ਸਜਾਉਂਦੇ ਯੋਗੀ ਹਰਭਜਨ ਸਿੰਘ ਹੋਰਾਂ ਦੇ ਉੱਥੇ ਵਿਦਿਆਰਥੀ, ਤੇ ਉਹਨਾਂ ਨੇ ਉੱਥੇ ਯੋਗਾ ਕਲਾਸਾਂ ਲਾਉਂਦੇ। ਉਹ ਡੈਲੀਗੇਸ਼ਨ ਇੱਥੇ ਲੈ ਕੇ ਆਏ, ਇੱਥੇ ਕਿਸਾਨ ਹਵੇਲੀ 'ਚ ਠਹਿਰੇ, ਤੇ ਉਹਨੂੰ ਪਤਾ ਲੱਗਿਆ ਮੈਂ ਇੱਥੇ ਹੁੰਨਾ, ਤੇ ਮੈਨੂੰ ਫੋਨ ਕੀਤਾ, ਸਿੰਘ ਸਾਹਿਬ ਤੁਹਾਡੇ ਕੋਲ ਮਿਲਣ ਵਾਸਤੇ ਆਉਣਾ ਹੈ। ਆਓ ਜੀ ਸਰ। ਮੈਂ ਆਪਣੇ ਕਮਰੇ ਵਿੱਚ ਉਹਨਾਂ ਨੂੰ ਬਿਠਾਇਆ, ਚਾਹ ਪਾਣੀ ਛਕਾਇਆ, ਇੱਥੇ ਫਿਰ ਰਿਹਾ। ਇਸ ਨੂੰ ਦੇਖ ਕੇ ਕਹਿੰਦੇ ਅਸੀਂ ਜਾ ਸਕਦੇ ਹਾਂ ਅੰਦਰ, ਆਓ। ਮੇਰੇ ਖਿਆਲ 18-19 ਉਹਦੇ ਵਿੱਚ ਪੁਰਸ਼ ਸੀਗੇ ਤੇ ਇੰਨੀਆਂ ਬੀਬੀਆਂ ਸੀਗੀਆਂ। ਸਵੇਰੇ ਮੇਰੇ ਕੋਲ 10-11 ਵਜੇ ਆਏ ਤੇ ਮੁੜ ਕੇ ਵਾਪਸ ਚਲੇ ਗਏ। ਤੇ ਸ਼ਾਮ ਨੂੰ ਮੈਨੂੰ ਫੋਨ ਆਇਆ ਸਿੰਘ ਦਾ, ਇਹ ਸਿੰਘ ਸਾਹਿਬ ਇਹ ਕਹਿੰਦੇ ਆ ਵੀ ਫਿਰ ਚੱਲੀਏ ਉੱਥੇ ਕੱਲ੍ਹ ਨੂੰ। ਤੇ ਮੈਨੂੰ ਪਤਾ ਸੀ ਵੀ ਇਹ ਕੌਤਕ ਵਾਪਰਦੇ ਆ। ਮੈਂ ਕਿਹਾ ਧੰਨ ਭਾਗ ਆਓ। ਤੇ ਇੱਥੇ ਅਗਲੇ ਦਿਨ ਫਿਰ ਮੈਂ ਚਾਹ ਪਾਣੀ ਪੁੱਛਿਆ, ਕਹਿੰਦੇ ਨਹੀਂ ਉੱਥੇ ਜਾਣਾ, ਇੱਥੇ ਘੁੰਮਣਾ। ਕੁਝ ਸੱਜਣ ਮੇਰੇ ਨਾਲ ਬਾਹਰ ਰਹੇ ਤੇ ਬਾਕੀ ਇੱਥੇ ਆ ਕੇ ਬੈਠ ਗਏ। ਬੀਬੀਆਂ ਬਹੁਤੀਆਂ ਆ ਕੇ ਬੈਠ ਗਈਆਂ ਤੇ ਮੈਂ ਬਾਹਰ ਘੁੰਮਦਾ ਰਿਹਾ। ਤੇ 15-20 ਮਿੰਟ ਉਹ ਬਾਹਰ ਨਿਕਲੇ ਤੇ ਅੱਖਾਂ ਨਾਮ ਸੀਗੀਆਂ ਬਹੁਤਿਆਂ ਦੀਆਂ, ਚਲੇ ਗਏ। 15 ਕੁ ਦਿਨ ਬਾਅਦ ਮੈਨੂੰ ਫੋਨ ਆਇਆ ਰਸ਼ੀਆ ਤੋਂ, ਕਹਿੰਦੇ ਸਿੰਘ ਸਾਹਿਬ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਇਹ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਉਹਨਾਂ ਨੂੰ ਪੁੱਛੋ ਵੀ ਸਾਡਾ 15 ਕੁ ਦਿਨ ਦਾ ਕੈਂਪ ਲੱਗ ਸਕਦਾ ਉੱਥੇ। ਮੈਂ ਵੀ ਜੀ ਸਦਕੇ ਧੰਨ ਪਾਗੇ ਕਲਗੀਧਰ ਪਾਤਸ਼ਾਹ ਹਜ਼ੂਰ ਦੀ ਮਾਤਾ ਸਾਹਿਬ ਕੌਰ ਜੀ ਦੀ ਧਰਤੀ ਹੈ, ਇੱਥੇ ਕਿਸੇ ਦੀ ਮਲਕੀਅਤ ਨਹੀਂ। ਆਓ। ਪਰ ਮੈਂ ਵੀ ਗੱਲ ਕੀ ਹੈ? ਮੈਂ ਮਹਾਰਾਜ ਦੀ ਹਜ਼ੂਰੀ 'ਚ ਤੁਹਾਨੂੰ ਫਿਕਰਾ ਸੁਣਾਉਣ ਲੱਗਿਆ। ਇਹ ਵਿਰਾਸਤ ਹੈ ਸਾਡੀ। ਉਹ ਕਹਿੰਦੇ ਇਹ ਇੱਥੇ ਆ ਕੇ ਬਾਰ-ਬਾਰ ਮੈਨੂੰ ਕਹਿੰਦੇ ਹੈ, we are feeling that Guru Gobind Singh is calling us again and again. We are feeling
that Guru Gobind Singh is calling us again and again. ਤੇ ਮੈਂ ਤੇ ਆਪਣੇ ਹੰਝੂ ਨਹੀਂ ਰੋਕ ਸਕਿਆ। ਇਹ ਨਾਸਤਿਕ ਕਹੇ ਜਾਣ ਵਾਲਾ ਮੁਲਕ, ਜਿਹੜੇ ਰੱਬ ਦੀ ਹੋਂਦ ਤੋਂ ਵੀ ਮੁਨਕਰ ਨੇ, ਇੱਥੇ 2 ਦਿਨ ਠਹਿਰੇ ਤੇ ਉਹਨਾਂ ਦੀਆਂ ਸੁਰਤੀਆਂ 'ਚ ਕੀ ਵਾਪਰ ਗਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਆਵਾਜ਼ਾਂ ਮਾਰ ਰਹੇ ਨੇ ਕਿ ਚਲੀਏ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਸ ਧਰਤੀ ਦੀ ਇਹ ਕਰਾਮਾਤ ਹੈ। ਇਸੇ ਕਰਕੇ ਇਸ ਧਰਤੀ ਦਾ ਨਾਮ ਸੱਚੇ ਪਾਤਸ਼ਾਹ ਹਜ਼ੂਰ ਨੇ ਆਨੰਦਪੁਰੀ ਰੱਖਿਆ। ਇੱਥੇ ਟੁੱਟੀਆਂ ਹੋਈਆਂ, ਵਿਛੜੀਆਂ ਹੋਈਆਂ, ਉਦਾਸ ਨਿਰਾਸ਼ ਰੂਹਾਂ, ਜੇ ਕਿਤੇ ਉਹਨਾਂ ਨੂੰ ਸੁਰਤੀ ਦਾ ਰਿਸ਼ਤਾ ਬਣਾਉਣਾ ਆ ਜਾਏ ਨਾ, ਤੇ ਬਸ ਫਿਰ ਨਿਹਾਲ ਨਿਹਾਲ ਜਿਹੜਾ ਤੁਸੀਂ ਹੁਣੇ ਬੋਲ ਰਹੇ ਸੀਗੇ, ਫਿਰ ਉਹ ਨਿਹਾਲ ਨਿਹਾਲ ਦੇ ਬਚਨ ਜਿਹੜੇ ਨਾ ਬੋਲ, ਉਹ ਸੱਚ ਹੁੰਦੇ ਹੈ। ਤੇ ਮੈਂ ਇਸ ਭਾਵਨਾ ਨਾਲ ਤੁਹਾਨੂੰ ਜਿਉ ਆਇਆ ਆਖ ਰਿਹਾ। ਤੇ ਇਹ ਜੋਦੜੀ ਹੈ ਤੁਹਾਡੇ ਲਈ, ਮਾਲਕ ਦੇ ਦਰ ਕਰਦੇ ਸੇਵਕ ਦੀ, ਕਿ ਤੁਸੀਂ ਜਦੋਂ ਇੱਥੇ ਰਹੋ, ਜਿੰਨੇ ਦਿਨ ਵੀ ਤੁਹਾਡੀ ਸੁਰਤੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਸਾਹਿਬ ਕੌਰ ਜੀ, ਇਹ ਚੱਲਦਾ ਰਹੇ। ਤੇ ਇੱਕ ਰਿਸ਼ਤਾ, ਰੂਹਾਂ ਦਾ ਰਿਸ਼ਤਾ, ਸੁਰਤੀਆਂ ਦਾ ਰਿਸ਼ਤਾ, ਹਿਰਦਿਆਂ ਦਾ ਰਿਸ਼ਤਾ, ਕੋਈ ਜੋੜਨ ਦੀ ਸੁਲੱਖਣੀ ਘੜੀ ਤੁਹਾਨੂੰ ਨਸੀਬ ਹੋ ਸਕੇ। ਤੇ ਤੁਹਾਡਾ ਸਦਕਾ ਮੈਨੂੰ ਵੀ ਚਾਹੋ ਉਸ ਤਰ੍ਹਾਂ ਦਾ ਗ੍ਰਹਿਣ ਕਰਨ ਦੀ ਜਾਚ ਆ ਸਕੇ। ਇਹੀ ਸਾਡੀ ਵਿਰਾਸਤ ਹੈ। ਤੁਸੀਂ ਇੱਥੇ ਮਜਲਿਸ-ਏ ਅੱਖਰਕਾਰੀ ਦੇ ਬੈਨਰ ਥੱਲੇ ਇਹ ਕੈਂਪ ਲਾ ਰਹੇ ਹੋ। ਕੀ ਮਕਸਦ ਹੈ ਉਸਦਾ? ਅੱਖਰਕਾਰੀ ਦਾ ਮਤਲਬ ਇਹ ਨਹੀਂ ਹੈ ਨਾ, ਅੱਖਰਾਂ ਦੇ ਲਿਖਣ ਦੀ ਕਲਾ। ਕਿਸੇ ਵੇਲੇ ਸਾਡੇ ਕਿਸੇ ਪੁਰਖੇ ਨੇ, ਸਾਡੇ ਕਿਸੇ ਬਜ਼ੁਰਗ ਨੇ ਸਾਨੂੰ ਇੱਕ ਦੂਜੇ ਨਾਲ ਵਰਤੋਂ ਵਿਹਾਰ ਕਰਨ ਵਾਸਤੇ, ਰਿਸ਼ਤੇ ਬਣਾਉਣ ਵਾਸਤੇ, ਮੇਲ ਜੋਲ ਬਣਾਉਣ ਵਾਸਤੇ ਕੋਈ ਬੋਲ ਭਾਸ਼ਾ ਰੂਪ ਦੇ ਵਿੱਚ, ਪਹਿਲਾਂ ਇਸ਼ਾਰਿਆਂ ਤੋਂ ਗੱਲਾਂ ਸ਼ੁਰੂ ਹੋਈਆਂ, ਫਿਰ ਆਸਤਾ ਆਸਤਾ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਬੁੱਧੀ ਅਤੇ ਸਰੀਰਕ ਅੰਗਾਂ ਦੀ ਤਾਕਤ ਨਾਲ ਕੋਈ ਬੋਲਣ ਦੀ ਜਾਚ ਆਈ। ਉਹ ਬੋਲ ਬਹੁਤ ਲੰਮਾ ਸਮਾਂ ਤੱਕ ਬੋਲ ਹੀ ਰਹੇ, ਭਾਸ਼ਾ ਹੀ ਰਹੀ। ਮੁੜ ਕੇ ਉਹ ਚਿੱਤਰਕਾਰੀ ਦੇ ਰੂਪ ਵਿੱਚ ਇੱਕ ਦੂਜੇ ਨੂੰ ਆਪਣੀਆਂ ਭਾਵਨਾਵਾਂ ਸਮਝਾਉਣ ਦੇ ਲਈ ਉਹਨਾਂ ਨੇ ਚਿੱਤਰਾਂ ਦਾ ਵਾਹੁਣ ਦਾ ਢੰਗ ਈਜਾਦ ਕੀਤਾ। ਚਿੱਤਰ ਬਣਾ ਕੇ ਸਮਝਾਉਂਦੇ ਰਹੇ ਕਿ ਚੰਗੀਆਂ ਮਾੜੀਆਂ ਭਾਵਨਾਵਾਂ, ਖੁਸ਼ੀ ਗਮੀ ਦੀਆਂ ਭਾਵਨਾਵਾਂ, ਇੱਕ ਦੂਜੇ ਦੇ ਪ੍ਰਤੀ ਜਜ਼ਬੇ, ਉਹ ਪ੍ਰਗਟ ਕਰਨਾ ਸਿੱਖ ਗਏ। ਪਰ ਉਸ ਚਿੱਤਰਕਾਰੀ ਤੋਂ ਆਸਤਾ ਆਸਤਾ ਉਹਨਾਂ ਚਿੱਤਰਾਂ ਨੂੰ ਉਹਨਾਂ ਨੇ ਵੱਖਰੀਆਂ ਵੱਖਰੀਆਂ ਸ਼ਕਲਾਂ ਦੇ ਕੇ ਉਹਨਾਂ ਨੂੰ ਆਖਿਆ ਇਹ ਅੱਖਰ ਨੇ। ਉਹਨਾਂ ਨੂੰ ਉਕਰਨਾ ਸ਼ੁਰੂ ਕੀਤਾ। ਉਗੜ ਦੁਗੜ ਅੱਜ ਅਸੀਂ ਲਫ਼ਜ਼ ਵਰਤਦੇ ਹਾਂ ਕਿ ਉਗੜ ਦੁਗੜ ਜੇ ਅੱਖਰ ਸੀਗੇ। ਆਹਿਸਤਾ ਆਹਿਸਤਾ ਉਹਨਾਂ ਅੱਖਰਾਂ ਦੇ ਵਿੱਚ ਮਨੁੱਖ ਨੇ, ਸਾਡੇ ਬਜ਼ੁਰਗਾਂ ਨੇ ਆਪਣੀ ਹੀ ਸੋਚ ਸਮਝ ਬੁੱਧੀ ਦੇ ਰਾਹੀਂ ਉਹਨਾਂ ਨੂੰ ਹੋਰ ਸ਼ਕਲ ਦੇਣੀ ਸ਼ੁਰੂ ਕਰਤੀ, ਉਹਨਾਂ ਦੀ ਸ਼ੇਪ ਬਣਾਉਣੀ ਸ਼ੁਰੂ ਕਰਤੀ। ਇਹ ਅੱਖਰ ਜੇ ਇਸ ਤਰੀਕੇ ਨਾਲ ਲਿਖਿਆ ਜਾਏ ਤਾਂ ਸੋਹਣਾ ਲੱਗਦਾ ਹੈ, ਗੱਲ ਤਾਂ ਸਮਝ ਆਉਣੀ ਸ਼ੁਰੂ ਹੋ ਗਈ। ਪਰ ਸਮਝ ਤੋਂ ਅੱਗੇ ਸੰਸਕ੍ਰਿਤ ਵਿੱਚ, ਧਰਮ ਗ੍ਰੰਥਾਂ ਵਿੱਚ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਜਿਹੜੇ 3 ਲਫ਼ਜ਼ ਵਰਤੇ ਹੋਏ ਨੇ, ਸਤਿਅਮ, ਸ਼ਿਵਮ, ਸੁੰਦਰਮ, ਉਹ ਸਦੀਵੀ ਤੇ ਹੈ ਹੀ ਹੈ, ਉਹ ਕਲਿਆਣਕਾਰੀ ਵੀ ਹੈ, ਪਰ ਉਹ ਸੋਹਣਾ ਵੀ ਹੈ। ਜਿਹਨੂੰ ਅਸੀਂ ਸੋਹਣਿਆਂ ਦਾ ਸੁਲਤਾਨ ਵਾਹਿਗੁਰੂ ਜੀ ਨੂੰ, ਤੇ ਫਿਰ ਵਾਹਿਗੁਰੂ ਜੀ ਦੇ ਰੂਪ ਆਪਣੇ ਸਤਿਗੁਰੂ ਜੀ ਨੂੰ ਸੋਹਣਿਆਂ ਦਾ ਸੁਲਤਾਨ ਆਖਦੇ। ਤੇ ਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ
अत सुंदर मनमोहन प्यारे, सब हूँ मद निरारे। अत प्रीतम मनमोहना घट सोहना, प्राण आधारा राम। वो सोहना भी है। तो गुरुदेव ने वाहिगुरु जी के संबंध में जो कुछ बचन किए ना, गुणगान हो रहा सी, तेरी कुदरत तू है जाना, अवर ना दूजा जाना, पिता मेरो बड़ो धनी अगमा। ਉਹਦਾ एक सुभाव भी है कि वो आप सोहना है तो उन्होंने अपने रचे हुए सोहने ही चंगे लगते हैं। इस करके सच्ची पातशाह ने सानू आख्या सोहने बनना सीखो। सरीर रूपी भांडे ते जेड़े मिल गए इन्हां विच ते तुसीं इनू काले गोरे, छोटे वड्डे, कमज़ोर ताकतवर, अखां जिद्दां दियां मिल गईयां, पूरियां मिल गईयां, कालियां मिल गईयां, छोटियां मिल गईयां, वड्डियां मिल गईयां, नक लम्मे हैं कि फीने हैं कि चौड़े, ये सब कुछ भांडे सानू वाहिगुरू ने साडी मर्जी तो बगैर सिरज के देते। पर इहदे विच जिहड़ी समझ शक्ति दिती, सोच शक्ति दिती, इस नूं घड़िया जा सकदा, इस नूं कुचज्जा जां सुचज्जा रूप दिता जा सकदा, इस नूं राखश बुद्धि वाला भी बनाया जा सकदा, मनमुखी बिरती वाला भी बनाया जा सकदा, ते इनूं संत बिरती वाला, गुरमुख बिरती वाला भी, अज्ञानी भी ते ब्रह्म ज्ञानी भी ये रूप दिता जा सकदा। और इहो ही महाराज कहंदे तुहाडे जीवन का मकसद है। समझ तुहानूं सारिआं नूं देती है, कोई भी समझ तो बिना नहीं महाराज कहंदे बनाया। कुछ एक्सैप्शनल केस नूं छड्ड दईए आपां, वो प्रैसीडेंट नहीं होंदा, प्रिंसीपल नहीं बनाया जा सकता होंदा, नियम नहीं होंदा। वो नियम ये है, एका सुरत जेते हैं जी, सुरत भी होना कोई ना की। इत्थे कोई भी वाहिगुरू जी ने सोझी तो बिना नहीं बनाया, सब नूं सोझी दिती। लेकिन अगली गल जिहड़ी सतगुरु कहंदे है, जेही सुरत तेहा तिन राह। जिद्दां जिद्दां दा उस सुरत नूं वरतन दा कोई अपना सुभाव, अपनी अवस्था, अपने संस्कार बना लैंदे ने, उदां दा उहदे जीवन दा मार्ग बन जांदा। इत्थे गल आपां अखरकारी दी लैके बैठे। मैं कह रहा सी तुहानूं कि अखरां नूं शक्लां ते उन्हां ने दे लईआं साडे बजुर्गां ने, पर फिर मुड़ के ये भी मन च आया कि इन्हां नूं अखरां नूं ना होर प्रभावशाली बनाया जाए, होर आकर्षक बनाया जाए, सोहना बनाया जाए। तो समय दे नाल नाल उन्हां दी लिखण दी जिहड़ी कला सी, लिखण दा ढंग सी, वो बदलदा रहा। गुरबाणी दे विच पुरातन जिहड़े सरूप ने गुरु ग्रंथ साहिब महाराज दे, ਉਹਦੇ ਵਿੱਚ ਲਗਾ ਮਾਤਰਾ ਵੀ ਬਿਲਕੁਲ ਵੱਖਰੇ ਤਰੀਕੇ ਦੀਆਂ। ਅੱਜ ਸਹਿਜੇ ਕੀਤੇ ਕੋਈ ਐਵੇਂ ਪੜ੍ਹਿਆ ਪੰਜਾਬੀ ਵੀ ਜਿਹੜਾ ਹੈ ਨਾ, ਜੇ ਉਸ ਨੂੰ ਉਸ ਦੀ ਪੂਰੀ ਜਾਣਕਾਰੀ ਨਾ ਹੋਵੇ ਤੇ ਉਹਨਾਂ ਲਗਾ ਮਾਤਰਾ ਦੀ, ਅੱਖਰਾਂ ਦੀ ਪਛਾਣ ਨਹੀਂ ਕਰ ਸਕਦਾ। ਉਹ ਕਰਨਾ ਅੱਜ ਜਿੱਦਾਂ ਅਸੀਂ ਲਿਖਦੇ ਹਾਂ ਇੱਦਾਂ ਨਹੀਂ ਲਿਖਿਆ ਜਾਂਦਾ, ਡਾਟ ਪਾਇਆ ਜਾਂਦਾ। ਜਿੱਦਾਂ ਅੱਜ ਔਂਕੜ ਦੁਲੈਂਕੜੇ ਅਸੀਂ ਲਿਖਦੇ ਹਾਂ ਇੱਦਾਂ ਨਹੀਂ ਲਿਖਦੇ। ਸਿਆਰੀਆਂ ਬਿਹਾਰੀਆਂ ਸਾਰੀਆਂ ਅੱਖਰਾਂ ਦੀ ਸ਼ਕਲ ਵੀ ਇਸ ਤਰ੍ਹਾਂ ਦੀ ਨਹੀਂ। ਤੁਸੀਂ ਇੱਥੇ ਬੈਠੇ ਹੋ, ਇਸ ਮਕਸਦ ਨੂੰ ਲੈ ਕੇ ਤੁਸੀਂ ਇਹ ਸਿੱਖ ਵੀ ਰਹੇ ਹੋ, ਇਹਦੀ ਜਾਣਕਾਰੀ ਵੀ ਹਾਸਲ ਕਰ ਰਹੇ ਹੋ ਕਿ ਉਸ ਵੇਲੇ ਅੱਖਰ ਕਿਵੇਂ ਲਿਖੇ ਜਾਂਦੇ ਸੀਗੇ। ਤੇ ਜਿਹੜਾ ਕਾਗਜ਼ ਸੀਗਾ ਜਿਹਦੇ 'ਤੇ ਉਹ ਲਿਖੇ ਜਾਂਦੇ ਸੀ, ਉਹਦਾ ਤੇ ਅੱਜ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਉਹਦੀ ਕੁਆਲਿਟੀ ਹੀ ਨਹੀਂ, ਉਹਦੀ ਡਿਊਰੇਬਿਲਟੀ, ਉਹਦੇ ਵਿੱਚ ਵੀ ਬੜਾ ਫਰਕ ਹੈ। ਉਹਦੇ ਉੱਤੇ ਵਰਤੀ ਗਈ ਅੱਖਰਾਂ ਨੂੰ ਲਿਖਣ ਵਾਸਤੇ ਜਿਹੜੀ ਸਿਆਹੀ ਤੇ ਅੱਜ ਦੀ ਸਿਆਹੀ, ਉਹਦੇ ਵਿੱਚ ਬੜਾ ਫਰਕ ਹੈ। ਉਹਦੀ ਉਮਰ ਵਿੱਚ ਬੜਾ ਫਰਕ ਹੈ। तकरीबन 20 साल हो गए, 21 साल गुरु ने एक
ਫੁਰਨਾ ਪਾਇਆ ਸੀ ਮਨ 'ਚ। ਸੇਵਾ ਜਿਹੜੇ ਪੁਰਾਤਨ ਸਰੂਪ ਨੇ, ਜਿੱਥੇ ਜਿੱਥੇ ਹੱਥ ਲਿਖਤ ਪਏ ਨੇ, ਉਹ ਕੋਈ ਦਿੰਦਾ ਤੇ ਹੈ ਨਹੀਂ ਉਸ ਤਰ੍ਹਾਂ। ਲੇਕਿਨ ਇੱਕ ਨੁਕਸਾਨ ਹੋ ਰਿਹਾ ਸੀ ਕਿ ਉਹ ਅਗਨ ਭੇਟ ਬਿਰਧ ਕਹਿ ਕੇ ਤੇ ਉਹ ਵਿਰਸਾ ਮੁਕਾਈ ਜਾ ਰਹੇ ਸੀਗੇ। ਪਰ ਉਹ ਗੁਰੂ ਨੇ ਚਲੋ ਫੁਰਨਾ ਪਾਇਆ ਮਨ 'ਚ, ਕੁਝ ਨੌਜਵਾਨ ਵਿਦਿਆਰਥੀਆਂ ਨਾਲ ਲੈ ਕੇ ਤੁਹਾਡੇ ਵਰਗਿਆਂ ਨਾਲ ਉਹ ਸੰਭਾਲਣ ਦਾ ਕੀਤਾ। ਅਤੇ ਤਕਰੀਬਨ 350-400 ਜਿੰਨਾ ਕੁ ਉਸ ਵੇਲੇ ਮੇਰੇ ਕੋਲੋਂ, ਕਿਉਂਕਿ ਸਾਧਨ ਨਹੀਂ ਸੀਗੇ, ਹੁਣ ਤਾਂ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਹੈ। ਮੈਂ ਕਹਿਣਾ ਕੀ ਚਾਹੁੰਦਾ ਸੀਗਾ ਕਿ ਉਹ ਜਿਹੜੇ ਸਰੂਪ ਨੇ, ਮੈਂ ਦੇਖ ਕੇ ਹੈਰਾਨ ਹਾਂ ਕਿ ਉਹਨਾਂ ਵਿੱਚ ਵਰਤੀ ਗਈ ਸਿਆਹੀ, ਵਰਤੇ ਗਏ ਰੰਗ, ਅੱਜ ਤੱਕ ਉਹਨਾਂ ਦੀ ਜਿਹੜੀ ਬਰਾਈਟਨੈਸ ਹੈ, ਉਹਨਾਂ ਦੀ ਲਿਸ਼ਕ ਜਿਹੜੀ ਚਮਕ ਹੈ, ਉਹ ਅੱਜ ਤੱਕ ਨਹੀਂ ਘਟੀ। ਅਤੇ ਹੁਣ ਜਿਹੜੀਆਂ ਸਿਆਹੀਆਂ ਅਸੀਂ ਵਰਤਦੇ ਹਾਂ, ਉਹਨਾਂ ਦੇ ਮੁਕਾਬਲੇ 'ਚ ਕੁਛ ਵੀ ਨਹੀਂ, ਬਹੁਤ ਛੇਤੀ ਫਿੱਕੀਆਂ ਪੈ ਜਾਂਦੀਆਂ। ਹਾਲਾਂਕਿ ਟੈਕਨੋਲੋਜੀ ਬੜੀ ਐਡਵਾਂਸ ਹੋ ਗਈ, ਕੈਮੀਕਲ ਬੜੇ ਆ ਗਏ। ਕਾਗਜ਼ ਦੀ ਉਮਰ ਅੱਜ ਦੇ ਕਾਗਜ਼ ਦੇ ਮੁਕਾਬਲੇ ਵਿੱਚ ਕਿਤੇ ਜ਼ਿਆਦਾ। ਇਹਦਾ ਮਤਲਬ ਉਸ ਵੇਲੇ ਸੀਮਤ ਸਾਧਨਾਂ ਦੇ ਬਾਵਜੂਦ ਉਹਨਾਂ ਨੇ ਜੋ ਕੁਛ ਬਣਾਇਆ ਉਹ ਇੰਨਾ ਵਧੀਆ ਸੀ, ਇੰਨਾ ਡਿਊਰੇਬਲ ਸੀ, ਕਾਇਮ ਰਹਿਣ ਵਾਲਾ ਸੀ ਕਿ ਅੱਜ ਦੇ ਮੁਕਾਬਲੇ 'ਚ ਹੁਣ ਇਹ ਇੱਕ ਉਤਸੁਕਤਾ ਹੈ, ਇੱਕ ਜਗਿਆਸਾ, ਭਈ ਉਹ ਕਿਵੇਂ ਇਸ ਤਰ੍ਹਾਂ, ਉਦੋਂ ਤੇ ਸਾਧਨ ਵੀ ਇੰਨੇ ਨਹੀਂ ਸੀ, ਉਹ ਕਿਵੇਂ ਬਣਾਉਂਦੇ ਹੋਣਗੇ, ਕਿਵੇਂ ਆਏ ਵਿਰਸਾ। ਇਹ ਹੈ ਸਾਡੀ ਵਿਰਾਸਤ, ਜਿਹੜੀ ਸਾਨੂੰ ਸਾਡੇ ਬਜ਼ੁਰਗਾਂ ਦੇ ਪ੍ਰਤੀ ਨਮੋ ਕਰਨ ਵਾਸਤੇ, ਝੁਕਣ ਵਾਸਤੇ, ਉਹਨਾਂ ਦਾ ਸਤਿਕਾਰ ਕਰਨ ਵਾਸਤੇ ਸਾਡੀ ਚੇਤਨਾ ਨੂੰ ਤਿਆਰ ਕਰਦੀ ਹੈ, ਸਾਡੇ ਅੰਦਰ ਖਿੱਚ ਪੈਦਾ ਕਰਦੀ ਹੈ। ਔਰ ਅਧਿਆਤਮਕ ਪੱਖ ਤੋਂ ਇਹੋ ਹੀ ਬਚਨ ਗੁਰੂ ਦੇਵ ਨੇ ਬਾਣੀ 'ਚ ਕੀਤਾ ਹੈ, ਹਮ ਧਨਵੰਤ ਭਾਗਠ ਸੱਚ ਨਾਹਿ, ਹਰ ਗੁਣ ਗਾਵੈ ਸਹਿਜ ਸੁਭਾਇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦਾ ਅਮੀਰ ਹੋ ਗਏ ਅਸੀਂ, ਬਾਗੋ ਬਾਗ ਹੋ ਗਏ ਅਮੀਰੀ ਨਾਲ, ਆਨੰਦਿਤ ਹੋ ਗਏ। ਪਿਓ ਦਾਦੇ ਦਾ ਖਜ਼ਾਨਾ ਇੰਨਾ ਮਾਣ ਕਰਨ ਯੋਗ, ਇੰਨਾ ਅਮੀਰੀ ਵਾਲਾ ਖਜ਼ਾਨਾ, ਖੋਲ ਡਿੱਠਾ, ਇਸ ਲਫ਼ਜ਼ 'ਤੇ ਧਿਆਨ ਦੇਣਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਦੋਂ ਖੋਲ ਕੇ ਦੇਖਿਆ ਪਿਆ ਤੇ ਪਿਆ। ਤੇ ਜਦੋਂ ਮੈਂ ਖੋਲ ਕੇ ਦੇਖਿਆ, ਮਾਣ ਹੋਇਆ ਆਪਣੇ ਬਜ਼ੁਰਗਾਂ 'ਤੇ, ਨਮਸਕਾਰ ਕਰਨ ਨੂੰ ਜੀ ਕੀਤਾ ਕਿ ਮੇਰੇ ਬਜ਼ੁਰਗ, ਮੇਰੇ ਪਿਓ ਦਾਦੇ, ਮੇਰੇ ਪੁਰਖੇ ਕਿੰਨੇ ਮਹਾਨ, ਕਿੱਡੀਆਂ ਉੱਚੀਆਂ ਉਹਨਾਂ ਦੀਆਂ ਹਸਤੀਆਂ ਕਿ ਉਹਨਾਂ ਨੇ ਮੇਰੇ ਲਈ ਇਸ ਸੰਸਾਰ ਦੀ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਜੋ ਕੁਝ ਛੱਡਿਆ, ਉਹਦੇ ਕਰਕੇ ਅੱਜ ਮੈਂ ਕਿੰਨਾ ਆਨੰਦਿਤ ਹਾਂ। ਇਹ ਭਾਵਨਾ ਵਾਸਤੇ ਹੀ ਹੈ ਸਿਰਫ ਇਹ ਕੰਮ ਹੈ। ਉਹਨਾਂ ਅੱਖਰਾਂ ਦੀ ਉਸ ਰੂਪ ਜਿਹੜੇ ਉਦੋਂ ਲਿਖੇ ਗਏ, ਉਹਨਾਂ ਦੀ ਅੱਜ ਲੋੜ ਨਹੀਂ ਹੈ ਉਸ ਰੂਪ ਦੇ ਵਿੱਚ। ਅੱਜ ਜਿਹੜੇ ਅੱਖਰ ਬਣ ਗਏ, ਉਹ ਤੋਂ ਜ਼ਿਆਦਾ ਉਹਦੇ ਵਿੱਚ ਸੁਧਾਰ ਆ ਗਿਆ, ਸਪਸ਼ਟਤਾ ਆ ਗਈ। ਹੁਣ ਉਹ ਹੀ ਦੁਬਾਰਾ ਵਰਤਣ ਦੀ ਲੋੜ ਨਹੀਂ, ਪਰ ਉਸ ਵਿਰਾਸਤ 'ਤੇ ਮਾਣ ਤੇ ਕੀਤਾ ਜਾ ਸਕਦਾ ਨਾ ਕਿ ਅੱਜ ਜਿਹੜਾ ਮੇਰੇ ਕੋਲ ਊੜਾ ਹੈ, ਅੱਜ ਜਿਹੜਾ ਐੜਾ ਈੜੀ ਹੈ, ਅੱਜ ਜਿਹੜੀਆਂ ਸਿਹਾਰੀਆਂ ਬਿਹਾਰੀਆਂ ਲਗਾ ਮਾਤਰਾ ਨੇ, ਇਹਨਾਂ ਦਾ ਆਰੰਭ ਕਿੱਥੋਂ ਹੋਇਆ, ਕਿਵੇਂ ਹੋਇਆ, ਇਹ ਲਿਖਣ ਕਲਾ ਜਿਹੜੀ ਹੈ ਇਹ ਕਿਵੇਂ ਵਿਕਸਿਤ ਹੋਈ। ਵਾਹ 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 ਵਾਹ, ਉਹਨਾਂ ਬਜ਼ੁਰਗਾਂ ਨੇ ਇੰਨੀ ਮਿਹਨਤ ਕੀਤੀ, ਇੰਨੀ ਘਾਲਣਾ ਘਾਲੀ। ਸਿਆਹੀ ਕੀ ਵਿਧੀ ਤੁਸੀਂ ਪੜ੍ਹੀ ਹੋਣੀ ਹੈ। ਅੱਜ 4 ਕੈਮੀਕਲ ਇਕੱਠੇ ਕਰੋ ਮਸ਼ੀਨਾਂ ਦੇ ਰਾਹੀਂ ਤੇ ਸਿਆਹੀ ਤਿਆਰ ਹੋ ਗਈ ਜੀ। 20 ਦਿਨ 30 ਦਿਨ ਰਵਾਲ ਰੱਖਣੀ, ਖਰਲ ਕਰਨਾ, ਇੰਨੇ ਤੋਲੇ ਆ ਪਾਓ, ਇੰਨੇ ਮਿਲਦੇ ਵੀ ਨਹੀਂ ਸੀਗੇ ਸਾਰਾ ਕੁਝ। ਕਿੱਥੋਂ ਕਿੱਥੋਂ ਉਹ ਮਹਾਂਪੁਰਸ਼ ਲਿਆ ਕੇ ਇਕੱਠੇ ਕਰਦੇ ਹੋਣੇ ਨੇ। ਤੇ ਫਿਰ ਕਿੰਨਾ ਸਹਿਜ ਹੈ ਉਹਨਾਂ 'ਚ, ਕਿੰਨਾ ਸਬਰ ਹੈ ਉਹਨਾਂ ਵਿੱਚ, ਕਿੰਨੀ ਸੁੱਚੀ ਜਿਹੀ
ਉਡੀਕ ਦੀ ਉਹਨਾਂ ਵਿੱਚ ਭਾਵਨਾ ਹੈ ਕਿ ਇੰਨੇ ਦਿਨ ਉਹ ਨਾਲੇ ਤੇ ਬੰਦਗੀ ਵਿੱਚ ਜੁੜੇ, ਨਾਲੇ ਖਰਲ ਕਰ ਰਹੇ ਨੇ, ਰਗੜ ਰਹੇ ਨੇ, ਤਿਆਰ ਕਰ ਰਹੇ ਨੇ। ਉਹਨਾਂ ਸਾਰੇ ਇੰਨੇ ਸੁੱਚੇ, ਇੰਨੇ ਸਬਰ ਵਾਲੇ, ਇੰਨੇ ਦੂਰਅੰਦੇਸ਼, ਔਰ ਇੰਨੀ ਅੰਦਰ ਉਡੀਕ ਵੀ ਇਹ ਕਦੋਂ ਤਿਆਰ ਹੋਏਗੀ, ਕਦੋਂ ਤਿਆਰ ਹੋਏਗੀ। ਤੇ ਫਿਰ ਕਦੋਂ? ਅੱਜ ਤੇ ਝੱਟ ਬਾਜ਼ਾਰ ਜਾਓ ਤੇ ਮਨ ਮਰਜ਼ੀ ਦਾ ਪੈਨ ਖਰੀਦ ਕੇ ਲੈ ਆਓ। ਉਹ ਕਿਸ ਤਰ੍ਹਾਂ ਦੇ ਹੋਣਗੇ ਗੁਰਸਿੱਖ, ਉਹ ਮਹਾਂਪੁਰਸ਼? ਕਾਨੀ ਲੱਭਣੀ ਹੈ, ਕਿੱਥੋਂ ਮਿਲੇਗੀ ਕਾਨੀ? ਉਹਨੂੰ ਘੜਨ ਦੀ ਕਿਸ ਤਰ੍ਹਾਂ ਉਹਨਾਂ ਦੇ ਮਨ 'ਚ ਸੋਚ ਆਈ ਹੋਣੀ ਹੈ? ਘੜਨ ਵਾਸਤੇ ਕਿਹੜਾ ਉਹਨਾਂ ਨੇ ਸ਼ਸਤਰ ਵਰਤਿਆ ਹੋਣਾ ਹੈ? ਅਤੇ ਉਹਨੂੰ ਸ਼ੇਪ ਦੇਣ ਵਾਸਤੇ ਉਹਨੂੰ ਟੇਢੀ ਕਿਵੇਂ ਕੱਟਣਾ ਹੈ, ਉਹਨੂੰ ਸਿੱਧੀ ਕਿਵੇਂ ਕੱਟਣਾ ਹੈ, ਇਹ ਸੋਚਾਂ ਆਈਆਂ ਨਾ। ਇਹ ਸਾਰਾ ਕੁਛ ਜਿਹੜਾ ਹੈ, ਉਹਨਾਂ ਪਲਾਂ ਨੂੰ ਜਦੋਂ ਤੁਸੀਂ ਆਪਣੀਆਂ ਸੁਰਤੀਆਂ ਤੇ ਹਿਰਦਿਆਂ 'ਤੇ ਹੰਢਾਉਣ ਦੀ, ਆਪਣੀ ਸੁਰਤ ਤੇ ਸਮਝ 'ਤੇ ਹੰਢਾਉਣ ਦੀ ਕਿਤੇ ਜਾਚ ਸਿੱਖੋਗੇ ਨਾ, ਤੇ ਆਨੰਦ ਨਾਲ, ਵਿਗਾਸ ਨਾਲ ਭਰੋਗੇ। ਯਾਰ ਮੇਰੇ ਬਜ਼ੁਰਗ ਇੰਨੇ ਉਤਸ਼ਾਹ, ਇੰਨੇ ਚਾਓ, ਇੰਨੇ ਦੂਰਅੰਦੇਸ਼ੀ ਨਾਲ, ਇੰਨੇ ਸਬਰ ਨਾਲ ਇਹ ਸਾਰਾ ਕੁਛ ਸੋਚਦੇ ਕਰਦੇ ਰਹੇ। ਔਰ ਜਦੋਂ ਉਹ ਲਿਖਦੇ ਹੋਣਗੇ ਇੰਨਾ ਸਮਾਂ, ਅੰਦਰ ਕੀ ਚੱਲਦਾ ਹੋਵੇਗਾ ਉਹਨਾਂ ਦੇ? ਇੱਕ ਤਾਂ ਸਧਾਰਨ ਲਿਖਤਾਂ ਹੈ ਨਾ, ਕੋਈ ਕਥਾ ਕਹਾਣੀਆਂ ਲਿਖਣੀਆਂ, ਕੋਈ ਐਵੇਂ ਸੰਸਾਰਕ ਤੌਰ 'ਤੇ ਕੋਈ ਗੱਲਾਂ ਲਿਖਣੀਆਂ, ਪਰ ਆਪਣੇ ਕਰਤੇ ਦੀ ਉਸਤਤ ਲਿਖਣੀ ਹੈ, ਆਪਣੇ ਵਾਹਿਗੁਰੂ ਜੀ ਦੇ ਜੀਵਨ ਦੇ ਦਾਤੇ ਦੇ, ਪ੍ਰਤਪਾਲਕ ਦੇ, ਰੱਖਿਅਕ ਦੇ, ਸਰਬਸ਼ਕਤੀਮਾਨ ਦੇ ਗੁਣ ਲਿਖਣੇ ਨੇ। ਅਤੇ ਲਿਖਦਿਆਂ ਲਿਖਦਿਆਂ ਇਹ ਵੀ ਲਿਖਣਾ ਹੈ ਕਿ ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਇਹ ਵੀ ਨਾਲ ਉਹੀ ਲਿਖੀ ਜਾਣਾ, ਬੇਅੰਤਾ ਬੇਅੰਤ ਗੁਣ ਤੇਰੇ। ਕਿਸ ਤਰ੍ਹਾਂ ਦੀਆਂ ਸੁਰਤੀਆਂ ਬਿਰਤੀਆਂ ਹੋਣਗੀਆਂ ਜਦੋਂ ਉਹਨਾਂ ਪਲਾਂ ਨੂੰ ਤੁਸੀਂ ਹੰਢਾਓਗੇ ਨਾ, ਥੋੜ੍ਹਾ ਜਿਹਾ ਇਕਾਗਰ ਹੋ ਕੇ। ਫਿਰ ਤੁਹਾਨੂੰ ਜੋ ਮਿਲੇਗਾ ਉਹ ਇਸ ਅਨੰਦਪੁਰੀ ਦਾ ਵਿਰਸਾ ਹੈ। ਇਹ ਇਸ ਅਨੰਦਪੁਰੀ ਦਾ ਉਹ ਖਜ਼ਾਨਾ ਹੈ ਜਿਸ ਦੀ ਇਸ ਸੰਸਾਰ ਵਿੱਚ ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੁਲ। ਉਹ ਹੈ ਅਮੀਰੀ ਜਿਹਦੇ 'ਤੇ ਮਾਣ ਕਰ ਸਕਦੇ। ਇਸੇ ਕਰਕੇ ਸਾਨੂੰ ਅਰਦਾਸ ਵਿੱਚ ਆਖਿਆ ਜਾਂਦਾ ਹੈ ਰੋਜ਼ ਕਿ ਆਪਣੀਆਂ ਮੰਗਾਂ ਗੁਰੂ ਕੋਲ ਲੈ ਕੇ ਆਉਣ ਵਾਲਿਓ, ਮੰਗੋ ਆਪਣੇ ਲਈ ਜੋ ਮੰਗਣਾ ਹੈ, ਪਰ ਮੰਗਣ ਤੋਂ ਪਹਿਲਾਂ, ਆਪਣੀ ਮੰਗ ਰੱਖਣ ਤੋਂ ਪਹਿਲਾਂ ਇਹ ਫਿਕਰੇ ਰੋਜ਼ ਦੁਹਰਾਉਣੇ ਨੇ। ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਰਿੱਠ ਕੀਤਾ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ ਧਿਆਨ ਧਰਨਾ ਕਾਹਦੇ ਵਾਸਤੇ? ਕਮਾਈ ਦਾ ਧਿਆਨ ਕਿਉਂ ਧਰਨਾ? ਇਹ ਸਾਈਕੋਲੋਜੀਕਲ ਅਪਰੋਚ ਹੈ। ਮੰਗਣ ਵਾਲਿਆ, ਦੁਨਿਆਵੀ ਮੰਗਾਂ ਮੰਗ, ਭਾਵੇਂ ਪਰਮਾਰਥਕ ਅਧਿਆਤਮਕ ਮੰਗਾਂ ਮੰਗ, ਭਾਵੇਂ ਦਾਤਾ ਮੰਗ ਤੇ ਭਾਵੇਂ ਦਾਤਾ ਮੰਗ, ਪਰ ਮੰਗਣ ਤੋਂ ਪਹਿਲਾਂ ਮੰਗਣ ਵਾਸਤੇ ਜਿਹੜੀ ਪਾਤਰਤਾ ਚਾਹੀਦੀ ਹੈ, ਜਿਹੜੀ ਝੋਲੀ ਅੱਡਣ ਦੀ ਅਵਸਥਾ ਚਾਹੀਦੀ ਹੈ, ਉਹ ਐਵੇਂ ਨਹੀਂ ਮਿਲਣੀ। ਉਹ ਮਿਲੇਗੀ ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀ ਕਮਾਈ ਨੂੰ ਯਾਦ ਕਰਕੇ ਜਿਨ੍ਹਾਂ ਨੇ ਮੰਗਣ ਦੀ ਜਾਚ ਹੀ ਨਹੀਂ ਸਿੱਖੀ, ਮੰਗਣ ਦੇ ਅਧਿਕਾਰੀ ਬਣ ਗਏ। ਮੰਗ ਲਿਆ ਜੋ, ਉਹ ਉਹਨਾਂ ਨੂੰ ਮਿਲ ਗਿਆ। ਇਸ ਕਰਕੇ ਮਿਲ ਗਿਆ ਕਿ ਦੇਣ ਵਾਲੇ ਕੋਲ ਆਪਸ਼ਨ ਹੀ ਨਹੀਂ ਸੀ, ਕਿਉਂਕਿ ਉਸ ਮੰਗਣ ਵਾਲੇ ਨੇ ਇੰਨੀ ਸੁੱਚੀ ਬਿਰਤੀ ਬਣਾ ਲਈ, ਇੰਨਾ ਆਪਣੇ ਆਪ ਨੂੰ ਰਿਝਾ ਕੇ ਆਪਣੇ ਦਾਤੇ ਨੂੰ ਪ੍ਰਸੰਨ ਕਰ ਲਿਆ ਕਿ ਦਾਤੇ ਦੇਣ ਵਾਲੇ ਦੇ ਕੋਲ ਮਜਬੂਰੀ ਕਿ ਹੁਣ ਦੇਣ ਤੋਂ ਬਗੈਰ ਮੈਂ ਇਸ ਨੂੰ ਆਪਣੇ ਦਰ 'ਤੇ ਆਏ ਮੰਗਤ ਜਨ ਨੂੰ ਸਖਣਾ ਨਹੀਂ ਭੇਜ ਸਕਦਾ, ਝੋਲੀ ਭਰਨੀ ਪੈਣੀ ਹੈ ਮੈਨੂੰ। ਇਸ ਕਰਕੇ ਆਖਿਆ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ। ਉਹ ਕਮਾਈ ਦਾ ਧਿਆਨ ਧਰੋ ਤਾਂ ਕਿ ਤੁਹਾਨੂੰ ਵੀ ਉਹਨਾਂ ਵਰਗੀ ਕਮਾਈ ਕਰਨੀ। ਤੇ ਅਗਲੀ ਗੱਲ ਹੈ, ਉਹ ਕਮਾਈ ਕਰਨ ਦੀ ਸੁੱਚੀ ਜੀ ਪਿਆਸ, ਸੁੱਚਾ ਜਿਹਾ ਜਜ਼ਬਾ, ਉਤਸ਼ਾਹ ਤੁਹਾਡੇ ਅੰਦਰ ਜਾਗ ਜਾਵੇ।
ਉਹ ਉਤਸ਼ਾਹ ਜਾਗ ਜਾਣਾ ਹੀ ਜਿਹੜਾ, ਉਹ ਚਾਉ ਪੈਦਾ ਹੋ ਜਾਣਾ, ਉਹ ਪਿਆਸ ਪੈਦਾ ਹੋ ਜਾਣੀ ਹੀ ਤੁਹਾਨੂੰ ਉਸ ਮਾਰਗ 'ਤੇ ਤੋਰਦੀ ਹੈ ਜਿਸ ਦਿਨ ਕੋਈ ਸੁਲੱਖਣੀ ਘੜੀ ਜੀਵਨ ਵਿੱਚ ਆ ਕੇ ਮੰਗਦਿਆਂ ਉੱਥੇ ਤੱਕ ਤੁਹਾਨੂੰ ਲੈ ਜਾਂਦੀ ਹੈ ਜਿੱਥੇ ਮਹਾਰਾਜ ਕਹਿੰਦੇ ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀ ਜੈ ਨਾਮ ਪਿਆਰੀ ਜੀਓ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਵੀ ਤੁਹਾਡੇ ਵਾਂਗ ਮੰਗ ਰਿਹਾ ਸੀ ਸੋ ਮੰਗਾਂ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ, ਹਰ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ। ਮੰਗੀ ਜਾ ਰਿਹਾ ਅਤੇ ਇੱਕ ਦਿਨ ਕੌਤਕ ਵਾਪਰ ਗਿਆ। ਕਹਿੰਦੇ ਕੌਤਕ ਕੀ ਵਾਪਰਿਆ? ਜਿਹਦੇ ਕੋਲ ਮੈਂ ਮੰਗ ਰਿਹਾ ਸੀ ਨਾ ਉਹਨੇ ਮੈਨੂੰ ਬੁਲਾ ਲਿਆ ਅਤੇ ਬੁਲਾ ਕੇ ਕਹਿੰਦੇ ਦੱਸ ਕੀ ਚਾਹੀਦਾ? ਅਤੇ ਕਹਿੰਦੇ ਕੌਤਕ ਵਾਪਰ ਗਿਆ। ਕੌਤਕ ਕੀ ਵਾਪਰਿਆ? ਕਹਿੰਦੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ। ਮੇਰੀ ਅਰਦਾਸ ਸੁਣ ਕੇ ਮੈਨੂੰ ਕੋਲ ਬੁਲਾ ਲਿਆ, ਦੱਸ ਕੀ ਚਾਹੀਦਾ? ਅਤੇ ਕਹਿੰਦੇ ਕੌਤਕ ਹੀ ਵਾਪਰਿਆ ਪ੍ਰਭ ਦੇਖਦੇ ਹਾਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੇ। ਇਹ ਕੌਤਕਾਂ ਦੀ ਧਰਤੀ ਹੈ। ਇਹ ਹੈ ਸੁਰਤੀ ਬਿਰਤੀ ਦਾ ਰਿਸ਼ਤਾ ਜਿਹੜਾ ਜੇ ਗੁਰੂ ਨਾਲ ਬਣਾਉਣਾ ਆ ਜਾਏ। ਮਹਾਰਾਜ ਕਹਿੰਦੇ ਤੁਹਾਡੀਆਂ ਜ਼ਿੰਦਗੀਆਂ 'ਚ ਅੱਖਰ ਕਾਗਜ਼ਾਂ 'ਤੇ ਨਹੀਂ, ਇੱਥੇ ਅੱਖਰ ਲਿਖਣੇ ਆ ਜਾਂਦੇ ਹੈ, ਲਿਖਾਉਣੇ ਆ ਜਾਂਦੇ ਹੈ। ਮਾਂ ਸੁਲੱਖਣੀ ਵਾਂਗ ਇਹੀ ਆਖਿਆ ਸੀ ਨਾ ਵੀ ਦਿਓ ਪੁੱਤਰ ਦਿਓ, ਅਤੇ ਸਾਹਿਬ ਕਹਿੰਦੇ ਹੈ ਨਹੀਂ, ਲਿਖਿਆ ਨਹੀਂ ਤੇਰੇ ਕਰਮਾਂ 'ਚ। ਕਹਿੰਦੇ ਲਿਖਣ ਵਾਲੇ ਕੌਣ? ਉੱਥੇ ਨਹੀਂ ਲਿਖਿਆ ਅਤੇ ਹੁਣ ਲਿਖ ਦਿਓ। ਮੈਂ ਤਾਂ ਲਿਖਾਉਣਾ ਹੈ ਅਤੇ ਲਿਖਣਾ ਪੈ ਗਿਆ। ਮੰਗਿਆ ਤਾਂ ਇੱਕ ਸੀ, ਕਹਿੰਦੇ ਇਤਿਹਾਸ ਕਹਿੰਦਾ ਜੀ ਉਹ ਘੋੜੇ ਨੇ ਹਿਲਾਤਾ ਪੈਰ ਅਤੇ ਉਹ ਏਕੇ ਦਾ ਸਾਦਾ ਬਣ ਗਿਆ। ਗੁਰੂ ਜਾਣੇ ਕੀ ਹੈ, ਪਰ ਗੱਲ ਇਹ ਹੈ ਕਿ ਮੰਗਣ ਵਾਲਾ ਇੰਨੇ ਸੁੱਚੇ ਚਾਅ ਨਾਲ, ਇੰਨੀ ਸੁੱਚੀ ਬਿਰਤੀ ਨਾਲ, ਇੰਨੇ ਦ੍ਰਿੜ ਭਰੋਸੇ ਨਾਲ ਮੰਗ ਰਿਹਾ ਕਿ ਦੇਣ ਵਾਲੇ ਕੋਲ ਦੇਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਅਤੇ ਜੋ ਮੰਗਿਆ ਉਸ ਤੋਂ ਵੀ ਕਿਤੇ ਜ਼ਿਆਦਾ 7 ਗੁਣਾ ਕਰਕੇ ਝੋਲੀ ਪਾ ਦਿੱਤਾ। ਇਹ ਪੂਰਨੇ ਨੇ ਪਾਏ ਹੋਏ ਸਾਡੇ ਵਾਸਤੇ। ਬਸ ਮੈਂ ਇੰਨੀ ਕਹਿ ਕੇ ਸਮਾਪਤੀ ਕਰਨੀ ਹੈ। ਗੱਲ ਕੇਵਲ ਅੱਖਰਾਂ ਦੀ ਬਣਤਰ ਨੂੰ ਲਿਖਣ ਦੀ, ਲਿਖਾਉਣ ਦੀ, ਉਹਨਾਂ ਨੂੰ ਸਵਾਰਨ ਦੀ, ਉਹਨਾਂ ਨੂੰ ਸ਼ਕਲਾਂ ਦੇਣ ਦੀ ਨਹੀਂ ਹੈ। ਉਹਨਾਂ ਅੱਖਰਾਂ ਨੂੰ ਲਿਖਦਿਆਂ ਮਹਾਰਾਜ ਕਹਿੰਦੇ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾ ਹੈ। ਉਹ ਅੱਖਰ ਦੀ ਮੈਂ ਤੁਹਾਨੂੰ ਪਛਾਣ ਕਰਾਉਣੀ ਆ ਇਹਨਾਂ ਅੱਖਰਾਂ ਦੇ ਰਾਹੀਂ। ਨਹੀਂ ਤੇ 52 ਅੱਖਰ ਜੋਰੇ ਆਨ ਸਕਾ ਨਾ ਅੱਖਰ ਏਕ ਪਛਾਣ। ਉਹ ਅੱਖਰ ਜੇ ਨਹੀਂ ਪਛਾਣਿਆ ਨਾ ਤਾਂ ਫਿਰ ਇਹ ਅੱਖਰ ਅਰਥ ਰਹਿਤ ਹੋ ਜਾਂਦੇ ਨੇ। ਪਰ ਜੇ ਇਹਨਾਂ ਅੱਖਰਾਂ ਦੇ ਰਾਹੀਂ ਉਹ ਅੱਖਰ ਜਿਹੜਾ ਕਦੀ ਨਾਸ ਨਹੀਂ ਹੋਣ ਵਾਲਾ, ਉਸ ਵੱਲ ਸੁਰਤੀ ਬਿਰਤੀ ਧਿਆਨ ਚਲੇ ਜਾਏ ਨਾ ਤਾਂ ਫਿਰ ਮਹਾਰਾਜ ਕਹਿੰਦੇ ਖੇਡ ਵਾਪਰ ਜਾਂਦੀ ਹੈ। ਇਹ ਅੱਖਰਾਂ ਦੇ ਲਿਖਣ ਦੀ ਕਲਾ ਜਿਵੇਂ ਉਹਨਾਂ ਗੁਰਸਿੱਖਾਂ ਨੂੰ ਗੁਰੂ ਦੇ ਨੇੜੇ ਕਰਦੀ ਗੁਰੂ ਜੋਤ ਬਣਾ ਗਈ। ਗੁਰੂ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਅਤੇ ਉਹਨਾਂ ਨੇ ਗੁਰੂ ਨੂੰ ਨਮਸਕਾਰ ਕੀਤੀ ਅਤੇ ਗੁਰੂ ਨੇ ਫਿਰ ਉਹਨਾਂ ਨੂੰ ਨਮਸਕਾਰ ਕਰਦਿਆਂ ਆਖਿਆ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਤਨ ਹੈ ਸਭ ਹੀ ਇਨਹੀ ਕੋ। ਮੇਰੇ ਕੋਲ ਕੁਛ ਵੀ ਐਸਾ ਨਹੀਂ ਹੈ ਜਿਹੜਾ ਮੈਂ ਇਹਨਾਂ ਕੋਲੋਂ ਵੱਖਰਾ ਰੱਖ ਸਕਾਂ। ਇੱਥੋਂ ਤੱਕ ਆਖਿਆ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੂਰ ਪਰ। ਕੈਸੇ ਸੁੱਚੇ ਰਿਸ਼ਤੇ ਗੁਰੂ ਨੇ ਸਾਡੇ ਨਾਲ ਬਣਾਏ। ਜੇ ਸਾਨੂੰ ਉਹ ਪਿਓ ਦਾਦੇ ਦਾ ਖਜ਼ਾਨਾ ਇਸ ਤਰ੍ਹਾਂ ਸੁਰਤੀਆਂ ਬਿਰਤੀਆਂ ਦੇ ਚਾਅ ਨਾਲ, ਪਿਆਰ ਨਾਲ ਸੁਣਨਾ, ਪੜ੍ਹਨਾ, ਵਿਚਾਰਨਾ ਅਤੇ ਫਿਰ ਦ੍ਰਿੜ ਕਰਨਾ ਆ ਜਾਏ, ਗੁਰੂ ਕਿਰਪਾ ਕਰੇ ਤੁਹਾਡਾ ਇੱਥੇ ਇਹਨਾਂ 2-3 ਦਿਨਾਂ ਦਾ ਮਿਲ ਬੈਠਣਾ, ਇਸ ਤਰ੍ਹਾਂ ਦਾ ਚਾਅ, ਇਸ ਤਰ੍ਹਾਂ ਦੀ ਸੁੱਚੀ ਜੀ ਪਿਆਸ
ਜਗਾਉਣ ਦੇ ਤੁਹਾਨੂੰ ਸਮਰੱਥ ਬਣਾ ਸਕੇ। ਬਹੁਤ ਧੰਨਵਾਦ ਤੁਹਾਡੇ ਮਾਣ ਪਿਆਰ ਲਈ। ਇੱਕ ਵਾਰੀ ਫੇਰ ਜਿਉਂ ਆਇਆ ਆਖਦੇ ਹਾਂ ਤੁਹਾਨੂੰ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।